हाँ जी, सत श्री अकाल जी। मैं गुरप्रीत सिंह RAC इंस्ट्रक्टर गौरमेंट ITI बठिंडा। ਅੱਜ ਅਸੀਂ ਜਿਸ ਟੌਪਿਕ ਦੇ ਰਿਗਾਰਡਿੰਗ ਗੱਲ ਕਰਾਂਗੇ ਉਹ ਹੈ VRF। VRF ਮਤਲਬ ਵੇਰੀਏਬਲ ਰੈਫਰੀਜਰੈਂਟ ਫਲੋ। ਵੇਰੀਏਬਲ ਰੈਫਰੀਜਰੈਂਟ ਫਲੋ ਬਾਰੇ ਗੱਲ ਕਰਨ ਤੋਂ ਪਹਿਲਾਂ ਅਸੀਂ ਥੋੜਾ 에ਅਰ ਕੰਡੀਸ਼ਨਿੰਗ ਦੇ ਰਿਗਾਰਡਿੰਗ ਗੱਲ ਕਰਾਂਗੇ, ਜੋ ਸਾਡੇ ਕਨਵੈਨਸ਼ਨਲ ਸਿਸਟਮ ਅਸੀਂ ਯੂਜ਼ ਕਰਦੇ ਹਾਂ, ਜਿਹਦੇ ਵਿੱਚ ਸਾਡਾ ਵਿੰਡੋ AC, ਸਪਲਿਟ AC ਅਸੀਂ ਯੂਜ਼ ਕਰਦੇ ਹਾਂ। ਉਹਦੇ ਵਿੱਚ ਸਾਡਾ ਬੇਸਿਕਲੀ ਕੀ ਹੁੰਦਾ ਹੈ, ਕਿਸੇ ਵੀ 에ਅਰ ਕੰਡੀਸ਼ਨਿੰਗ ਸਿਸਟਮ ਦਾ ਜੋ ਮੇਨ ਮਕਸਦ ਹੈ ਸਾਡਾ, ਉਹ ਥਰਮਲ ਕੰਫਰਟ ਜੋ ਹੈ ਉਹ ਪੈਦਾ ਕਰਨਾ ਹੈ। ਮਤਲਬ ਕਿ ਤਾਪ ਦੇ ਹਿਸਾਬ ਨਾਲ ਸਾਡੀ ਜੋ ਆਰਾਮਦਾਇਕਤਾ ਹੈ ਉਹਨੂੰ ਪੈਦਾ ਕਰਨਾ ਹੈ। ਅਤੇ ਇਹਨਾਂ ACs ਦੇ ਵਿੱਚ ਜਦੋਂ ਸਾਡਾ ਨਿਰਧਾਰਿਤ ਤਾਪਮਾਨ ਸਾਨੂੰ ਮਿਲ ਜਾਂਦਾ ਹੈ ਤਾਂ ਉਸ ਤੋਂ ਬਾਅਦ ਜੋ ਸਾਡਾ ਕੰਪਰੈਸਰ ਹੈ ਉਹ ਕੰਮ ਕਰਨਾ ਬੰਦ ਕਰ ਦਿੰਦਾ ਹੈ। ਅਤੇ ਜਦੋਂ ਫਿਰ ਉਸ ਤੋਂ ਬਾਅਦ ਵਿੱਚ ਜੋ ਸਾਡੇ ਕਮਰੇ ਦਾ ਤਾਪਮਾਨ ਹੈ ਉਹ ਹੌਲੀ ਹੌਲੀ ਵਧਣਾ ਸ਼ੁਰੂ ਹੋ ਜਾਂਦਾ ਹੈ। ਤਾਂ ਉਸ ਕਮਰੇ ਦਾ ਤਾਪਮਾਨ ਵਧਣ 'ਤੇ ਸਾਡੇ ਉਸ AC ਦਾ ਜੋ ਕੰਪਰੈਸਰ ਹੈ ਉਹ ਦੁਬਾਰਾ ਫਿਰ ਸਟਾਰਟ ਹੋ ਜਾਂਦਾ ਹੈ। ਤਾਂ ਇਸੇ ਤਰ੍ਹਾਂ ਇਹਨਾਂ ਦੇ ਵਿੱਚ ਜੋ ਸਾਡੇ ਇਹ ਕੰਪਰੈਸਰ ਦੀ ਪ੍ਰਕਿਰਿਆ ਹੈ ਉਹ ਬੰਦ ਹੋਣ ਦੀ ਅਤੇ ਔਨ ਹੋਣ ਦੀ ਉਹ ਚੱਲਦੀ ਰਹਿੰਦੀ ਹੈ। ਤਾਂ ਇਸ ਸਿਸਟਮ ਦੇ ਵਿੱਚ ਸਾਡਾ ਜਦੋਂ ਕੰਪਰੈਸਰ ਸਟਾਰਟ ਹੁੰਦਾ ਹੈ ਤਾਂ ਉਹ ਸਾਡੇ ਰਨਿੰਗ ਕਰੰਟ ਦਾ 3 ਤੋਂ 4 ਗੁਣਾ ਕਰੰਟ ਜੋ ਹੈ ਸਟਾਰਟਿੰਗ ਵੇਲੇ ਉਹ ਲੈਂਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ VRF ਪੜ੍ਹਦੇ ਹਾਂ ਤਾਂ ਉਹਦੇ ਵਿੱਚ ਤੁਸੀਂ VAV ਨਾਲ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਜੋ VAV ਹੈ ਉਹ ਇੱਕ ਡਿਫਰੈਂਟ ਸਿਸਟਮ ਹੈ, ਜਿਹਦੇ ਵਿੱਚ ਅਸੀਂ ਜੋ ਹੈ ਹਵਾ ਦਾ ਵੋਲੀਅਮ ਕੰਟਰੋਲ ਕਰਦੇ ਹਾਂ। ਪਹਿਲਾਂ ਤਾਂ ਤੁਹਾਨੂੰ ਵੇਰੀਏਬਲ ਦਾ ਮਤਲਬ ਪਤਾ ਹੋਣਾ ਚਾਹੀਦਾ। ਵੇਰੀਏਬਲ ਦਾ ਮਤਲਬ ਕੀ ਹੈ ਕਿ ਜਿਹਦੇ ਵਿੱਚ ਸਾਡਾ ਜੋ ਰੈਫਰੀਜਰੈਂਟ ਹੈ ਉਹ ਅਸੀਂ ਆਪਣਾ ਰਿਕੁਆਇਰਮੈਂਟ ਦੇ ਅਕੋਰਡਿੰਗ ਸਾਡਾ ਫਲੋ ਕਰਦਾ ਹੈ, ਤਾਂ ਘੱਟ ਜਾਂ ਵੱਧ ਉਹਦੀ ਮਾਤਰਾ ਹੋ ਸਕਦੀ ਹੈ, ਉਹਨੂੰ ਅਸੀਂ ਵੇਰੀਏਬਲ ਕਹਿੰਦੇ ਹਾਂ। VAV ਦੇ ਵਿੱਚ ਸਾਡੀ ਜੋ ਹਵਾ ਦੀ ਮਾਤਰਾ ਕੰਟਰੋਲ ਕਰਦੇ ਹਾਂ ਅਸੀਂ, ਵੇਰੀਏਬਲ 에ਅਰ ਵੋਲੀਅਮ। ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਜੋ ਸਾਡਾ VRF ਸਿਸਟਮ ਹੈ ਉਹਨੂੰ ਅਸੀਂ ਵੇਰੀਏਬਲ ਰੈਫਰੀਜਰੈਂਟ ਫਲੋ ਸਿਸਟਮ ਕਹਿੰਦੇ ਆ। ਤਾਂ ਇਸੇ ਸਿਸਟਮ ਨੂੰ VRV ਵੀ ਕਿਹਾ ਜਾ ਸਕਦਾ ਹੈ। VRV ਦਾ ਮਤਲਬ ਵੇਰੀਏਬਲ ਰੈਫਰੀਜਰੈਂਟ ਵੋਲੀਅਮ। ਐਕਚੁਅਲੀ ਦੇ ਵਿੱਚ ਜੋ VRV ਹੈ ਉਹ ਦਾਈਕਨ ਕੰਪਨੀ ਦਾ ਇੱਕ ਟ੍ਰੇਡਮਾਰਕ ਹੈ, ਕਿਉਂਕਿ ਜੋ VRV ਸਿਸਟਮ ਹੈ ਵੇਰੀਏਬਲ ਰੈਫਰੀਜਰੈਂਟ ਵੋਲੀਅਮ ਸਿਸਟਮ ਹੈ ਉਹ ਜਾਪਾਨ ਦੀ ਕੰਪਨੀ ਦਾਈਕਨ ਵੱਲੋਂ ਜੋ ਹੈ ਸ਼ੁਰੂ ਕੀਤਾ ਗਿਆ ਸੀ। ਤਾਂ ਹੋਰ ਜੋ ਕੰਪਨੀਜ਼ ਨੇ ਉਹਨਾਂ ਵੱਲੋਂ ਇਹਨੂੰ VRF ਦੇ ਅੰਡਰ ਜੋ ਹੈ ਮਾਰਕੀਟ ਦੇ ਵਿੱਚ ਚਲਾਇਆ ਜਾਂਦਾ ਹੈ। ਤਾਂ ਇਸ ਕਰਕੇ ਜੋ VRF ਹੈ ਅਤੇ ਜੋ VRV ਹੈ ਉਹਨਾਂ ਦੋਨਾਂ ਦਾ ਜੋ ਵਰਕਿੰਗ ਪ੍ਰਿੰਸੀਪਲ, ਜੋ ਸਿਧਾਂਤ ਹੈ ਉਹ ਸੇਮ ਹੈ। ਅਤੇ ਇਹ ਸਾਡੀ ਇੱਕ ਸਪਲਿਟ AC ਦੀ ਕਿਸਮ ਹੈ। ਜੇ ਅਸੀਂ ਸਪਲਿਟ AC ਦੀ ਗੱਲ ਕਰੀਏ ਤਾਂ ਸਪਲਿਟ AC ਦੇ ਵਿੱਚ ਸਾਡੇ ਕੋਲ ਇੱਕ ਆਊਟਡੋਰ ਯੂਨਿਟ ਹੁੰਦਾ ਹੈ, ਇੱਕ ਇਨਡੋਰ ਯੂਨਿਟ ਹੁੰਦਾ ਹੈ। ਇਨਡੋਰ ਯੂਨਿਟ ਦੇ ਵਿੱਚੋਂ ਅਸੀਂ ਹੀਟ ਨੂੰ ਅਬਜ਼ੋਰਬ ਕਰਦੇ ਹਾਂ ਅਤੇ ਉਸ ਹੀਟ ਨੂੰ ਅਸੀਂ ਅਬਜ਼ੋਰਬ ਕਰਕੇ ਆਊਟਡੋਰ ਯੂਨਿਟ ਦੇ ਵਿੱਚ ਉਸ ਤਾਪ ਨੂੰ ਵਾਤਾਵਰਨ ਦੇ ਵਿੱਚ ਰਿਲੀਜ਼ ਕਰ ਦਿੱਤਾ ਜਾਂਦਾ ਹੈ ਕੰਡੈਂਸਰ ਦੇ ਦੁਆਰਾ। ਇਸੇ ਤਰ੍ਹਾਂ ਸਪਲਿਟ AC ਦੀਆਂ ਅਸੀਂ ਕਿਸਮਾਂ ਪੜ੍ਹੀਆਂ, ਜਿਹਦੇ 'ਚ ਡਾਇਰੈਕਟ ਰੂਮ ਮਾਊਂਟਡ ਆ ਗਿਆ, ਵੀ ਜੋ ਸਾਡਾ ਇਨਡੋਰ ਯੂਨਿਟ ਹੈ ਸਿੱਧਾ ਸਾਡੇ ਰੂਮ ਦੇ ਵਿੱਚ ਲੱਗਦਾ ਹੈ। ਡਕਟੇਬਲ ਸਪਲਿਟ AC ਹੋ ਸਕਦੇ ਆ ਜਿਨ੍ਹਾਂ ਦੇ ਵਿੱਚ ਅਸੀਂ ਡਕਟ ਦੀ ਵਰਤੋਂ ਕਰਦੇ ਹਾਂ। ਉਸੇ ਤਰ੍ਹਾਂ ਸਾਡਾ ਮਲਟੀ ਸਪਲਿਟ ਯੂਨਿਟ ਹੋ ਸਕਦੇ ਆ। ਮਲਟੀ ਸਪਲਿਟ ਦਾ ਮਤਲਬ ਕਿ ਸਾਡਾ ਜੋ ਆਊਟਡੋਰ ਯੂਨਿਟ ਹੈ ਉਹ ਸਾਡਾ ਇੱਕ ਹੈ ਅਤੇ ਉਹਦੇ ਨਾਲ ਜੋ ਸਾਡੇ ਇਨਡੋਰ ਯੂਨਿਟ ਨੇ ਉਹ 2 ਜਾਂ ਉਸ ਤੋਂ ਵੱਧ ਹੋ ਸਕਦੇ ਹੈ, ਤਾਂ ਉਹਨੂੰ ਅਸੀਂ ਮਲਟੀ ਸਪਲਿਟ ਯੂਨਿਟ ਕਹਿੰਦੇ ਹਾਂ। ਤਾਂ ਮਲਟੀ ਸਪਲਿਟ ਯੂਨਿਟ ਦੇ ਵਿੱਚ ਵੀ ਇਹੀ ਜੋ ਸਾਡਾ ਕੰਪਰੈਸਰ ਦਾ ਔਨ ਆਫ ਦਾ ਸਿਸਟਮ ਹੈ ਉਸੇ ਤਰ੍ਹਾਂ ਸਾਡਾ ਚੱਲਦਾ ਰਹਿੰਦਾ ਹੈ। ਤਾਂ ਜੋ VRF ਹੈ ਉਹ ਵੀ ਇੱਕ ਮਲਟੀ ਸਪਲਿਟ ਯੂਨਿਟ ਦੀ ਕੋਈ ਹੀ ਐਗਜ਼ਾਮਪਲ ਹੈ, ਕਿਉਂਕਿ VRF ਦੇ ਵਿੱਚ ਇੱਕੋ ਆਊਟਡੋਰ ਯੂਨਿਟ ਦੇ ਨਾਲ ਮਲਟੀਪਲਸ ਇਨਡੋਰ ਯੂਨਿਟ ਨੂੰ ਜੋ ਹੈ ਉਹ ਕੰਟਰੋਲ ਕੀਤਾ ਜਾਂਦਾ ਹੈ। ਅਤੇ ਇਹਦੇ ਨਾਲ ਬੇਸਿਕਲੀ ਹੁੰਦਾ ਕੀ ਹੈ, ਜਿਵੇਂ ਅਸੀਂ ਵੇਰੀਏਬਲ ਦੀ ਗੱਲ ਕੀਤੀ ਹੈ, ਜੋ ਰੈਫਰੀਜਰੈਂਟ ਦਾ ਫਲੋ ਹੈ, ਰੈਫਰੀਜਰੈਂਟ ਦੇ ਵਗਣ ਦੀ ਜੋ ਦਰ ਹੈ ਉਹਨੂੰ ਕੰਟਰੋਲ ਕੀਤਾ ਜਾਂਦਾ ਸਾਡੇ ਲੋਡ ਦੇ ਹਿਸਾਬ ਦੇ ਨਾਲ। ਜਦੋਂ ਸਾਡੇ ਸਿਸਟਮ ਦੇ ਉੱਪਰ ਲੋਡ ਜ਼ਿਆਦਾ ਹੈ ਤਾਂ ਉਦੋਂ ਰੈਫਰੀਜਰੈਂਟ ਦੀ ਮਾਤਰਾ ਵੱਧ ਚਾਹੀਦੀ ਹੈ, ਤਾਂ ਉਦੋਂ ਫਲੋ ਸਾਡਾ ਸਿਸਟਮ ਦਾ ਵੱਧ ਹੋਵੇਗਾ। ਜਦੋਂ ਸਾਡੇ ਸਿਸਟਮ 'ਤੇ ਲੋਡ ਘੱਟ ਹੈ ਤਾਂ ਉਦੋਂ ਰੈਫਰੀਜਰੈਂਟ ਦੇ ਫਲੋ ਦੀ ਮਾਤਰਾ ਘੱਟ ਚਾਹੀਦੀ ਹੈ, ਤਾਂ ਉਸ ਟਾਈਮ ਸਾਡੇ ਜੋ ਰੈਫਰੀਜਰੈਂਟ ਦਾ ਫਲੋ ਆ ਉਹ ਘੱਟ ਹੋਵੇਗਾ। ਲੋਡ ਦੇ ਅਕੋਰਡਿੰਗ ਅਸੀਂ ਕਹਿ ਸਕਦੇ ਹਾਂ ਕਿ ਜਿਵੇਂ ਸਾਡਾ ਦਿਨ ਦਾ ਟਾਈਮ ਹੈ, ਡੇ ਦੇ ਟਾਈਮ ਧੁੱਪ ਕਰਕੇ ਸਾਡਾ ਜੋ
ਲੋਡ ਹੈ ਉਹ ਜ਼ਿਆਦਾ ਹੋ ਸਕਦਾ ਹੈ, ਨਾਈਟ ਦੇ ਟਾਈਮ ਸਾਡਾ ਲੋਡ ਉਹੀ ਘਟ ਸਕਦਾ। ਤਾਂ ਉਹਦੇ ਹਿਸਾਬ ਨਾਲ VRF ਸਿਸਟਮ ਦੇ ਵਿੱਚ ਅਸੀਂ ਜੋ ਰੈਫਰੀਜਰੈਂਟ ਦੇ ਵਗਣ ਦੀ ਦਰ ਹੈ ਉਹਨੂੰ ਕੰਟਰੋਲ ਕਰ ਸਕਦੇ ਹਾਂ। ਜਾਂ ਇਹਦੇ ਵਿੱਚ ਇੱਕ ਚੀਜ਼ ਇਹ ਅਸੀਂ ਪੜ੍ਹਦੇ ਹਾਂ ਵੀ ਜੋ ਸਾਡੇ ਕੰਪਰੈਸਰ ਦੀ ਸਪੀਡ ਹੈ ਉਹ ਚੇਂਜ ਹੋ ਜਾਂਦੀ ਹੈ। ਜਿਵੇਂ ਕਨਵੈਨਸ਼ਨਲ ਸਿਸਟਮ ਦੇ ਵਿੱਚ ਸਾਡਾ ਜੋ ਕੰਪਰੈਸਰ ਆ ਉਹ ਇੱਕੋ ਸਪੀਡ 'ਤੇ ਰਨ ਕਰਦਾ ਜਾਂ ਬੰਦ ਹੋ ਜਾਂਦਾ ਹੈ। ਇਹਦੇ ਵਿੱਚ ਸਾਡਾ ਜੋ ਕੰਪਰੈਸਰ ਹੈ ਉਹ ਬੰਦ ਨਹੀਂ ਹੁੰਦਾ, ਉਹਦੀ ਸਪੀਡ ਜੋ ਹੈ ਉਹ ਘਟਦੀ ਵੱਧਦੀ ਹੈ। ਇਸੇ ਤਰ੍ਹਾਂ ਜਿਵੇਂ ਜਦ ਸਾਡਾ ਆਊਟਡੋਰ ਯੂਨਿਟ ਹੈ ਉਹਦੇ ਨਾਲ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਇਨਡੋਰ ਯੂਨਿਟ ਇਹਦੇ ਵਿੱਚ ਸਥਾਪਿਤ ਕਰਦੇ ਹਾਂ। ਇਨਡੋਰ ਯੂਨਿਟ ਵੱਖ-ਵੱਖ ਰੂਮ ਦੇ ਵਿੱਚ ਵੱਖ-ਵੱਖ ਕਪੈਸਿਟੀ ਦੇ ਯੂਜ਼ ਕੀਤੇ ਜਾ ਸਕਦੇ ਆ, ਵੱਖ-ਵੱਖ ਕਨਫੀਗਰੇਸ਼ਨ ਦੇ ਹੋ ਸਕਦੇ ਆ। ਜਿਵੇਂ ਤੁਸੀਂ ਡਾਇਗਰਾਮ ਦੇ ਵਿੱਚ ਦੇਖ ਪਾ ਰਹੇ ਹੋ, ਅਸੀਂ ਉਹਦੇ 'ਚ ਵਾਲ ਮਾਊਂਟਡ ਯੂਜ਼ ਕਰ ਸਕਦੇ ਹਾਂ, ਸੀਲਿੰਗ ਮਾਊਂਟਡ ਯੂਜ਼ ਕਰ ਸਕਦੇ ਹਾਂ, ਜਾਂ ਫਲੋਰ ਮਾਊਂਟਡ, ਜਾਂ ਕੰਧ 'ਤੇ ਲੱਗਣ ਵਾਲਾ AC ਹੈ ਸਾਡਾ, ਜਾਂ ਛੱਤ 'ਤੇ ਇੰਸਟਾਲ ਕਰਨ ਵਾਲਾ ਹੈ, ਜਾਂ ਫਰਸ਼ 'ਤੇ। ਅਤੇ ਜੋ ਸਾਡਾ ਆਊਟਡੋਰ ਯੂਨਿਟ ਦਾ ਇੱਕ ਸੈਂਟਰਲ ਕੰਟਰੋਲ ਹੁੰਦਾ ਹੈ ਅਤੇ ਹਰੇਕ ਇਨਡੋਰ ਯੂਨਿਟ ਦਾ ਇੱਕ ਆਪਣਾ ਵੱਖਰਾ ਕੰਟਰੋਲ ਹੁੰਦਾ ਹੈ। ਇਨਡੋਰ ਯੂਨਿਟ ਤੋਂ ਵਾਇਰਿੰਗ ਕਰਕੇ ਅਸੀਂ ਆਊਟਡੋਰ ਯੂਨਿਟ ਦੇ ਨਾਲ ਦਿੰਦੇ ਹਾਂ, ਜਿੱਥੋਂ ਇਨਡੋਰ ਯੂਨਿਟ ਤੋਂ ਸਿਗਨਲ ਜੋ ਹੈ ਸਾਡਾ ਉਹ ਆਊਟਡੋਰ ਯੂਨਿਟ ਨੂੰ ਪਹੁੰਚਦਾ ਹੈ। VRF ਸਿਸਟਮ ਦੇ ਵਿੱਚ ਸਾਡਾ ਕੰਪਰੈਸਰ ਦੇ ਹਿਸਾਬ ਨਾਲ ਸਾਡੇ ਅਲੱਗ-ਅਲੱਗ ਸਿਸਟਮ ਹੋ ਸਕਦੇ ਹੈ। ਜਿਵੇਂ ਅਸੀਂ ਗੱਲ ਕੀਤੀ ਹੈ ਵੀ ਇਹਦੇ 'ਚ ਜੋ ਸਾਡਾ ਕੰਪਰੈਸਰ ਆ ਉਹ ਵੇਰੀਏਬਲ ਸਪੀਡ ਦਾ ਹੈ, ਕਿ ਇਹਦੇ ਵਿੱਚ ਸਾਡਾ ਜੋ ਕੰਪਰੈਸਰ ਹੈ ਉਹ ਬੰਦ ਨਹੀਂ ਹੁੰਦਾ, ਲਗਾਤਾਰ ਚੱਲਦਾ ਰਹਿੰਦਾ, ਪਰ ਉਹਦੀ ਸਪੀਡ ਹੈ ਜੋ ਉਹ ਘਟਦੀ ਜਾਂ ਵੱਧਦੀ ਹੈ। ਤਾਂ ਉਹਦੇ ਹਿਸਾਬ ਨਾਲ ਸਾਡਾ ਇਹਦੇ 'ਚ ਸਿੰਗਲ ਵੇਰੀਏਬਲ ਸਪੀਡ ਦਾ ਕੰਪਰੈਸਰ ਯੂਜ਼ ਹੋ ਸਕਦਾ ਹੈ, ਜਾਂ ਅਸੀਂ ਵੇਰੀਏਬਲ ਸਪੀਡ ਦਾ ਕੰਪਰੈਸਰ ਯੂਜ਼ ਕਰਕੇ ਉਹਦੇ ਨਾਲ ਇੱਕ ਫਿਕਸ ਸਪੀਡ ਦਾ ਕੰਪਰੈਸਰ ਜੋ ਬੈਕਅਪ ਵਾਸਤੇ ਯੂਜ਼ ਕਰ ਸਕਦੇ ਹੈ। ਇਸੇ ਤਰ੍ਹਾਂ ਸਾਡੇ ਮਲਟੀਪਲ ਵੇਰੀਏਬਲ ਸਪੀਡ ਕੰਪਰੈਸਰ ਜੋ ਹੈ ਹੋ ਸਕਦੇ ਹੈ। VRF ਸਿਸਟਮ ਦੇ ਵਿੱਚ ਅਸੀਂ ਸਕਰੋਲ ਕੰਪਰੈਸਰ ਜਾਂ ਟਵਿਨ ਰੋਟਰੀ ਕੰਪਰੈਸਰ ਯੂਜ਼ ਕਰਦੇ ਹਾਂ। ਜੇ ਅਸੀਂ ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਕੰਪੈਰੀਜ਼ਨ ਕਰੀਏ ਤਾਂ ਸਕਰੋਲ ਕੰਪਰੈਸਰ ਨਾਲੋਂ ਸਾਡੀ ਜੋ ਰੋਟਰੀ ਕੰਪਰੈਸਰ ਦੀ ਟਵਿਨ ਰੋਟਰੀ ਕੰਪਰੈਸਰ ਦੀ ਐਫੀਸ਼ੀਐਂਸੀ ਜੋ ਸਾਨੂੰ ਇਸ ਵਿੱਚ ਜ਼ਿਆਦਾ ਮਿਲਦੀ ਹੈ, ਉਹਦੇ ਨਾਲ ਅਸੀਂ ਸਮੂਥਲੀ ਜੋ ਇਹਦੇ ਵਿੱਚ ਵਰਕ ਕਰ ਸਕਦੇ ਹਾਂ। ਇਹਦੇ ਵਿੱਚ ਸਾਡਾ ਜੋ ਹੈ ਇਨਵਰਟਰ ਟੈਕਨੋਲੋਜੀ ਅਸੀਂ ਯੂਜ਼ ਕਰਦੇ ਹਾਂ। VRF ਦੇ ਵਿੱਚ ਇਨਵਰਟਰ ਟੈਕਨੋਲੋਜੀ ਦਾ ਮਤਲਬ ਜੋ ਸਾਡਾ ਕੰਪਰੈਸਰ ਅਸੀਂ ਗੱਲ ਕਰ ਰਹੇ ਹਾਂ ਵੇਰੀਏਬਲ ਸਪੀਡ ਦਾ, ਇਹਦੇ ਵਿੱਚ AC ਪਾਵਰ ਨੂੰ DC ਦੇ ਵਿੱਚ ਕਨਵਰਟ ਕੀਤਾ ਜਾਂਦਾ ਹੈ। DC 'ਚ ਕਨਵਰਟ ਕਰਨ ਤੋਂ ਬਾਅਦ ਜੋ ਉਹਦੀ ਫ੍ਰੀਕੁਐਂਸੀ ਹੈ ਉਸ ਫ੍ਰੀਕੁਐਂਸੀ ਨੂੰ ਚੇਂਜ ਕੀਤਾ ਜਾਂਦਾ ਹੈ, ਕਿਉਂਕਿ ਫ੍ਰੀਕੁਐਂਸੀ ਦੇ ਚੇਂਜ ਹੋਣ ਦੇ ਨਾਲ ਜੋ ਮੋਟਰ ਦੀ ਸਪੀਡ ਹੈ ਉਹ ਘਟਦੀ ਜਾਂ ਵੱਧਦੀ ਹੈ। ਜਦੋਂ ਸਾਨੂੰ ਜ਼ਿਆਦਾ ਕਪੈਸਿਟੀ ਦੀ ਜ਼ਰੂਰਤ ਹੈ ਤਾਂ ਜੋ ਸਾਡਾ ਇਨਡੋਰ ਯੂਨਿਟ ਹੈ ਉਹ ਉਸ ਵਾਇਰਿੰਗ ਦੇ ਥਰੂ ਕਮਿਊਨੀਕੇਸ਼ਨ ਕਰਦਾ ਹੈ ਆਊਟਡੋਰ ਯੂਨਿਟ ਨਾਲ, ਉਹਨੂੰ ਉਹ ਡਿਮਾਂਡ ਭੇਜਦਾ ਹੈ। ਇਹ ਸਾਰਾ ਕੰਟਰੋਲ ਹੈ ਜੋ ਉਹ ਮਾਈਕਰੋ ਪ੍ਰੋਸੈਸਰ ਦੀ ਹੈਲਪ ਦੇ ਨਾਲ ਕੀਤਾ ਜਾਂਦਾ ਹੈ। ਤਾਂ ਉੱਥੋਂ ਸਾਡਾ ਸਪੀਡ ਦਾ ਜੋ ਕੰਟਰੋਲ ਹੈ ਉਹਦੇ ਹਿਸਾਬ ਨਾਲ ਕੀਤਾ ਜਾਂਦਾ ਹੈ। ਬਾਕੀ ਜਿਵੇਂ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਪਾ ਰਹੇ ਹੋ, ਇਹਦੇ ਵਿੱਚ ਤੁਸੀਂ ਦੇਖੋ ਜੋ ਡਾਟਡ ਲਾਈਨ ਸਾਨੂੰ ਦਿਖਾਈ ਹੋਈ ਹੈ ਉਹ ਨੌਨ ਇਨਵਰਟਰ ਦੀ ਹੈ ਸਿਸਟਮ ਦੀ ਸਾਡੇ, ਅਤੇ ਜੋ ਦੂਸਰਾ ਸਾਡਾ ਹੈ ਉਹ ਸਾਡੇ ਇਨਵਰਟਰ ਦੀ ਹੈ। ਹੁਣ ਤੁਸੀਂ ਦੇਖੋ ਵੀ ਜਿਵੇਂ ਅਸੀਂ ਗੱਲ ਕੀਤੀ ਵੀ ਜਦੋਂ ਸਾਡਾ ਕੰਪਰੈਸਰ ਬੰਦ ਹੁੰਦਾ ਹੈ ਤਾਂ ਸਾਡਾ ਟੈਂਪਰੇਚਰ ਫਿਰ ਵਧਣਾ ਸ਼ੁਰੂ ਹੋ ਜਾਂਦਾ ਹੈ, ਤਾਂ ਸਾਡੇ ਕਮਰੇ ਦੇ ਟੈਂਪਰੇਚਰ ਦੇ ਵਿੱਚ ਜੋ ਵੇਰੀਏਸ਼ਨ ਹੈ ਉਹ ਜ਼ਿਆਦਾ ਹੁੰਦੀ ਹੈ। ਪਰ ਜਿਹੜਾ ਇਨਵਰਟਰ AC ਹੈ ਉਹ ਜਦੋਂ ਇੱਕ ਸਾਡੇ ਸੈੱਟ ਪੁਆਇੰਟ ਦੇ ਉੱਪਰ ਪਹੁੰਚ ਜਾਂਦਾ ਹੈ ਤਾਂ ਸੈੱਟ ਪੁਆਇੰਟ 'ਤੇ ਪਹੁੰਚਣ ਤੋਂ ਬਾਅਦ ਉਹਦੇ 'ਚ ਸਾਡੇ ਟੈਂਪਰੇਚਰ ਦੇ ਵਿੱਚ ਜੋ ਵੇਰੀਏਸ਼ਨ ਹੈ ਉਹ ਨਹੀਂ ਹੁੰਦੀ, ਕਿਉਂਕਿ ਉਹ ਕੰਪਰੈਸਰ ਬੰਦ ਨਹੀਂ ਹੁੰਦਾ, ਲਗਾਤਾਰ ਸਾਡਾ ਜੋ ਹੈ ਚੱਲਦਾ ਰਹਿੰਦਾ ਹੈ। ਇਹਦੇ ਵਿੱਚ ਅਸੀਂ ਜਿਹੜਾ ਹੈ ਇਲੈਕਟ੍ਰੋਨਿਕ ਐਕਸਪੈਂਸ਼ਨ ਵਾਲਵ ਦੀ ਵਰਤੋਂ ਕਰਦੇ ਹਾਂ, ਜੋ ਕਿ ਆਮ ਸਾਡਾ ਸਿੰਪਲ ਸਿਸਟਮ ਹੈ, ਜਿਸ 'ਚ ਅਸੀਂ ਥਰਮੋਸਟੈਟਿਕ ਐਕਸਪੈਂਸ਼ਨ ਵਾਲਵ ਦੀ ਵਰਤੋਂ ਕਰਦੇ ਹਾਂ। ਇਹਦੇ 'ਚ ਸਾਡਾ ਜੋ ਪਲਸ ਮੋਡੂਲੇਟਿੰਗ ਵਾਲਵ ਹੈ, ਪਲਸ ਮੋਡੂਲੇਟਿੰਗ ਵਾਲਵ ਜਾਂ ਅਸੀਂ ਇਲੈਕਟ੍ਰੋਨਿਕ ਐਕਸਪੈਂਸ਼ਨ ਵਾਲਵ ਇਹਦੇ 'ਚ ਵਰਤੋਂ ਕਰ ਰਹੇ ਹਾਂ। ਜਿਵੇਂ ਤੁਸੀਂ ਇਸ 'ਚ ਦੇਖ ਪਾ ਰਹੇ ਹੋ ਕਿ ਜੋ ਸਾਡੀ ਇਹ ਇਮੇਜ ਹੈ ਇਹ ਇਲੈਕਟ੍ਰੋਨਿਕ ਐਕਸਪੈਂਸ਼ਨ ਵਾਲਵ ਦੀ ਹੈ, ਜਿਹਦਾ ਕੰਟਰੋਲ ਉਹੀ ਮਾਈਕਰੋ ਪ੍ਰੋਸੈਸਰ ਨਾਲ ਕੀਤਾ ਜਾਂਦਾ ਹੈ। ਸਟੈਪਰ ਮੋਟਰ ਇਹਦੇ ਵਿੱਚ ਜਿਹੜੇ ਟੌਪ 'ਤੇ ਹੈ ਉਹਦੀ ਵਰਤੋਂ ਕੀਤੀ ਜਾਂਦੀ ਹੈ। ਜੋ ਤੁਸੀਂ ਇਹ ਸਾਈਡ 'ਤੇ ਦੇਖ ਰਹੇ ਹੋ ਇਹ ਸਾਡਾ ਇਹਦੇ ਵਿੱਚ ਟੈਂਪਰੇਚਰ ਸੈਂਸਰ ਹੈ, ਜਿਹਦੇ ਵਿੱਚ ਥਰਮਿਸਟਰ ਦੀ ਵਰਤੋਂ ਕੀਤੀ ਜਾਂਦੀ ਹੈ। NTC ਜੋ ਹੈ ਇਹਦੇ 'ਚ ਵਰਤੋਂ ਕੀਤੀ ਜਾਂਦੀ ਹੈ, ਜਿਹਦੇ 'ਚ ਕੀ ਹੁੰਦਾ ਜਦੋਂ ਇਹਦਾ ਟੈਂਪਰੇਚਰ ਘਟਦਾ ਹੈ ਤਾਂ ਉਹਦੇ ਨਾਲ ਇਹਦੀ ਰਜਿਸਟੈਂਸ ਵੱਧਦੀ ਹੈ, ਫਿਰ ਉਹ ਮਾਈਕਰੋ ਪ੍ਰੋਸੈਸਰ ਕੰਟਰੋਲ ਦੇ ਨਾਲ ਫਰਦਰ ਜੋ ਹੈ ਇਹਦੀ ਓਪਨਿੰਗ ਹੁੰਦੀ ਹੈ, ਤਾਂ ਉਹਦੇ ਨਾਲ ਜੋ ਸਾਡਾ ਰੈਫਰੀਜਰੈਂਟ ਦਾ ਫਲੋ ਹੈ ਉਹ ਕੰਟਰੋਲ ਕੀਤਾ ਜਾਂਦਾ ਹੈ। ਅਤੇ ਜਿਵੇਂ ਸਾਡਾ ਥਰਮੋਸਟੈਟਿਕ ਐਕਸਪੈਂਸ਼ਨ ਵਾਲਵ ਉਹ ਸਪਰਿੰਗ ਐਕਚੁਏਟਡ ਹੈ, ਇੱਕ ਮਕੈਨੀਕਲ ਤਰ੍ਹਾਂ ਦਾ ਵੀ ਸਪਰਿੰਗ ਦੀ ਹੈਲਪ ਦੇ ਨਾਲ ਸਾਡੀ ਜੋ ਡਾਇਆਫਾਰਮ ਦੇ ਵਿੱਚ ਐਕਚੁਏਸ਼ਨ ਹੁੰਦੀ ਹੈ ਅਤੇ ਉਹਦੇ 'ਚ ਹੰਟਿੰਗ ਹੋ ਸਕਦੀ ਹੈ ਸਾਡੀ, ਕਿਉਂਕਿ
ਜਦੋਂ ਸਾਡੇ ਇਵੈਪੋਰੇਟਰ ਦੇ ਉੱਪਰ ਲੋਡ ਇੱਕਦਮ ਵੱਧਦਾ ਹੈ ਤਾਂ ਉਹਦੇ 'ਚ ਜਲਦੀ ਸਾਡੀ ਰੈਫਰੀਜਰੈਂਟ ਦੀ ਇਵੈਪੋਰੇਸ਼ਨ ਹੋਣੀ ਸਟਾਰਟ ਹੁੰਦੀ ਹੈ, ਜਾਂ ਸਾਡੇ ਸਿਸਟਮ ਦੇ ਵਿੱਚ ਜ਼ਿਆਦਾ ਜੋ ਗੈਸ ਬੋਇਲ ਹੋਵੇ, ਜਾਂ ਉਹਦੇ 'ਚ ਸਾਡੇ ਕੋਲੇ ਰੈਫਰੀਜਰੈਂਟ ਦੀ ਕਮੀ ਹੋਵੇ ਤਾਂ ਉਹਦੇ ਕਰਕੇ ਸਾਡੇ ਕੋਲੇ ਹੰਟਿੰਗ ਜੋ ਹੈ ਪ੍ਰੋਡਿਊਸ ਹੋ ਸਕਦੀ ਹੈ, ਜੋ ਕਿ ਸਾਡੇ ਇਲੈਕਟ੍ਰੋਨਿਕ ਐਕਸਪੈਂਸ਼ਨ ਵਾਲਵ ਦੇ ਵਿੱਚ ਸਾਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਜੇ ਅਸੀਂ ਇਹਦੀਆਂ